Hello everyone, this is Kiran Matharu, your online teacher. First of all, I welcome you all on your own YouTube channel, Your Classroom at Home. I really wanted to thank you all for watching our video lessons. As you know, we have already completed our syllabus up to August. So for this, you have to subscribe our YouTube channel and press the bell icon so that you can get all the notifications of coming videos. Once again, thank you so much. हेलो स्टूडेंट्स, हाँ जी सारे ठीक ठाक हो बेटा। चलो हाँ जी, अज आप लैसन नंबर 14 दस्तकारी ते उद्योग वाले MCQs करांगे। सो स्टार्ट करते हैं। क्वेश्चन नंबर 1, अंग्रेजी शासन समय भारत ਵਿੱਚ बहुत सारे नਵੇਂ ਉਦਯੋਗਾਂ ਦੀ ਸਥਾਪਨਾ ਹੋਈ, ਜਿਨ੍ਹਾਂ ਵਿੱਚੋਂ सूती कपड़ा उद्योग भी एक सी। ਕੀ ਤੁਸੀਂ ਜਾਣਦੇ ਹੋ ਕਿ ਭਾਰਤ ਵਿੱਚ सूती कपड़े ਦਾ ਪਹਿਲਾ ਕਾਰਖਾਨਾ ਕਦੋਂ ਲੱਗਿਆ ਸੀ? ठीक है, चार ऑप्शन दिते हुई 1857, 1868, 1853 ਜਾਂ 1870 से ਇਹਦੇ ਵਿੱਚੋਂ ਸਹੀ ऑप्शन हैगी 1853 ईस्वी। 1853 ਦੇ ਵਿੱਚ ਹੀ सूती कपड़े ਦਾ ਪਹਿਲਾ ਕਾਰਖਾਨਾ ਲੱਗਿਆ ਸੀ। हाँ जी, ਹੁਣ हैगा सूती कपड़ा उद्योग। ਭਾਰਤ ਦੇ ਵਿੱਚ सूती कपड़े ਦਾ ਪਹਿਲਾ ਕਾਰਖਾਨਾ 1853 ਈਸਵੀ ਵਿੱਚ ਮੁੰਬਈ ਵਿੱਚ ਲਗਾਇਆ ਗਿਆ। ਇਸ ਤੋਂ ਬਾਅਦ 1877 ਵਿੱਚ ਕਪਾਹ ਦੀ ਉਪਜ ਦੇ ਬਹੁਤ ਸਾਰੇ ਖੇਤਰ ਜਿਵੇਂ ਕਿ ਅਹਿਮਦਾਬਾਦ, ਨਾਗਪੁਰ ਆਦਿ ਵਿੱਚ ਵੀ ਬਹੁਤ ਸਾਰੀਆਂ ਕੱਪੜਾ ਮਿੱਲਾਂ ਸਥਾਪਿਤ ਕੀਤੀਆਂ ਗਈਆਂ। 1879 ਦੇ ਵਿੱਚ ਲਗਭਗ 59 सूती ਕੱਪੜਾ ਮਿੱਲਾਂ ਭਾਰਤ ਵਿੱਚ ਸਥਾਪਿਤ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਲਗਭਗ 43,000 ਲੋਕ ਕੰਮ ਕਰਦੇ ਸਨ। 1905 ਈਸਵੀ ਵਿੱਚ ਇਹਨਾਂ ਕੱਪੜਾ ਮਿੱਲਾਂ ਦੀ ਗਿਣਤੀ 206 ਹੋ ਗਈ ਸੀ ਤੇ ਇਹਨਾਂ ਵਿੱਚ ਲਗਭਗ 1,96,000 ਮਜ਼ਦੂਰ ਕੰਮ ਕਰਦੇ ਸਨ। ਠੀਕ ਹੈ, ਸੋ 1853 ਵਿੱਚ ਮੁੰਬਈ ਵਿੱਚ ਠੀਕ ਹੈ ਅੰਗਰੇਜ਼ਾਂ ਨੇ ਪਹਿਲਾ ਕਾਰਖਾਨਾ ਲਗਾਇਆ ਸੀ। ਉਸ ਤੋਂ ਬਾਅਦ ਕਈ ਹੋਰ ਜਗ੍ਹਾ ਅਲੱਗ-ਅਲੱਗ ਜਗ੍ਹਾ ਸਮੇਂ-ਸਮੇਂ ਤੇ ਉਹਨਾਂ ਨੇ ਕਾਰਖਾਨੇ ਲਗਾਏ। ਠੀਕ ਹੈ, ਕੁਐਸਚਨ ਨੰਬਰ 2, ਭਾਰਤ ਵਿੱਚ ਲਘੂ ਉਦਯੋਗ ਦੇ ਪਤਨ ਦੇ ਕੀ ਕਾਰਨ ਸੀ? ਹਾਂਜੀ, ਹੁਣ ਜਦੋਂ ਅੰਗਰੇਜ਼ ਆਏ ਉਸ ਤੋਂ ਪਹਿਲਾਂ ਜਿਹੜੇ ਭਾਰਤ ਦੇ ਵਿੱਚ ਲਘੂ ਉਦਯੋਗ ਚੱਲਦੇ ਸੀ, ਛੋਟੇ-ਛੋਟੇ ਘਰੇਲੂ ਉਦਯੋਗ ਚੱਲਦੇ ਸੀ, ਪਰ ਉਹਨਾਂ ਦੇ ਆਉਣ ਤੋਂ ਬਾਅਦ ਉਹ ਖਤਮ ਹੋਣੇ ਸ਼ੁਰੂ ਹੋ ਗਏ ਸੀ ਤੇ ਇਹਨਾਂ ਨੇ ਰੀਜ਼ਨ ਦੱਸੇ ਹੋਇਆ ਦੇਸੀ ਰਿਆਸਤਾਂ ਦਾ ਖਾਤਮਾ, ਲਘੂ ਉਦਯੋਗਾਂ ਦੀਆਂ ਵਸਤਾਂ ਦੀ ਮੰਗ ਵੱਧ ਹੋਣਾ, ਨਵੀਂ ਪੀੜ੍ਹੀ ਦੁਆਰਾ ਵੱਡੇ ਉਦਯੋਗਾਂ ਦੇ ਬਣੇ ਮਾਲ ਨੂੰ ਅਹਿਮੀਅਤ ਦੇਣਾ ਜਾਂ ਫਿਰ ਉਪਰੋਕਤ ਸਾਰੇ। ਸੋ ਇਹਦਾ ਆਨਸਰ ਕੀ ਹੈਗਾ? ਉਪਰੋਕਤ ਸਾਰੇ। ਜਦੋਂ ਅੰਗਰੇਜ਼ ਆਏ ਸੀ ਉਹਨਾਂ ਨੇ ਆ ਕੇ ਦੇਸੀ ਰਿਆਸਤਾਂ ਦਾ ਖਾਤਮਾ ਕਰਨਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਘਰੇਲੂ ਉਦਯੋਗ ਦੇ ਵਿੱਚ ਜਿਹੜੀਆਂ ਵਸਤਾਂ ਬਣਦੀਆਂ ਸੀ ਉਹ ਜ਼ਿਆਦਾਤਰ ਦੇਸੀ ਰਿਆਸਤਾਂ ਦੇ ਜਿਹੜੇ ਲੋਕ ਸੀ ਉਹਨਾਂ ਦਾ ਉਹ ਇਸਤੇਮਾਲ ਕਰਦੇ ਸੀ। ਉਸ ਤੋਂ ਬਾਅਦ ਫਿਰ ਲਘੂ ਉਦਯੋਗਾਂ ਦੀਆਂ ਕੀਮਤਾਂ ਵੱਧ ਹੁੰਦੀਆਂ ਸੀ, ਕਿਉਂਕਿ ਇਹਦੇ 'ਚ ਕੀ ਹੁੰਦਾ ਸੀ ਕਿ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਸੀਗਾ ਅਤੇ ਮਿਹਨਤ ਵੱਧ ਲੱਗਦੀ ਸੀ ਉਹਦੇ 'ਤੇ, ਇਸ ਕਰਕੇ ਓਬਵੀਅਸਲੀ ਉਹਦੀ ਕੀਮਤ ਵੀ ਵੱਧ ਹੁੰਦੀ ਸੀ। ਅਤੇ ਨਵੀਂ ਪੀੜ੍ਹੀ ਜਿਹੜੀ ਸੀ ਉਸ ਟਾਈਮ ਦੀ ਨਿਊ ਜਨਰੇਸ਼ਨ ਸੀ, ਉਹ ਉਹਨਾਂ ਦੇ ਉੱਤੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਪੈ ਰਿਹਾ ਸੀ ਅਤੇ ਉਹਨਾਂ ਨੇ ਵੀ ਵੱਡੇ ਵੱਡੇ ਉਦਯੋਗਾਂ ਦੇ ਮਾਲ ਨੂੰ ਹੀ ਅਹਿਮੀਅਤ ਦੇਣੀ ਸ਼ੁਰੂ ਕਰ ਦਿੱਤੀ ਸੀ। ਸੋ ਇਹ ਸਾਰੇ ਰੀਜ਼ਨ ਜ਼ਿੰਮੇਵਾਰ ਸੀਗੇ ਭਾਰਤ ਵਿੱਚੋਂ ਲਘੂ ਉਦਯੋਗ ਦਾ ਪਤਨ ਕਰਨ ਦੇ ਲਈ। ਕੁਐਸਚਨ ਨੰਬਰ 3, ਲੋਕ ਮਸ਼ੀਨਾਂ ਦੁਆਰਾ ਤਿਆਰ ਵਸਤਾਂ ਜ਼ਿਆਦਾ ਖਰੀਦਦੇ ਸਨ ਕਿਉਂਕਿ? ਨੰਬਰ 1, ਮਸ਼ੀਨਾਂ ਦੁਆਰਾ ਤਿਆਰ ਵਸਤਾਂ ਦੀ ਸਫਾਈ ਵੱਧ ਹੁੰਦੀ ਸੀ। ਨੰਬਰ 2, ਭਾਰਤ ਵਿੱਚ ਤਿਆਰ ਵਸਤਾਂ ਤੋਂ ਸਸਤੀਆਂ ਹੁੰਦੀਆਂ ਸੀ। ਨੰਬਰ 3, ਨਵੀਂ ਪੀੜ੍ਹੀ ਵਧੇਰੇ ਫੈਸ਼ਨੇਬਲ ਵਸਤਾਂ ਪਸੰਦ ਕਰਦੀ ਸੀ। ਨੰਬਰ 4, ਉਪਰੋਕਤ ਸਾਰੇ। ਠੀਕ ਹੈ, ਹੁਣ ਇਹਦਾ ਵੀ ਆਨਸਰ ਉਪਰੋਕਤ ਸਾਰੇ ਹੀ ਹੋਣਾ ਕਿ ਜਿਹੜੀਆਂ ਮਸ਼ੀਨਾਂ ਦੁਆਰਾ ਚੀਜ਼ਾਂ ਤਿਆਰ ਹੁੰਦੀਆਂ ਸੀ ਉਹ ਹੱਥਾਂ ਨਾਲੋਂ ਤਿਆਰ ਵਸਤਾਂ ਦੇ ਮੁਕਾਬਲੇ ਵੱਧ ਸਾਫ਼ ਹੁੰਦੀਆਂ ਸੀ, ਵੱਧ ਉਹਨਾਂ 'ਚ ਸਫਾਈ ਹੁੰਦੀ ਸੀ ਅਤੇ ਜਿਹੜੀਆਂ ਭਾਰਤ 'ਚ ਵਸਤਾਂ ਤਿਆਰ ਹੁੰਦੀਆਂ ਸੀ ਉਹ ਉਹਨਾਂ ਤੋਂ ਸਸਤੀਆਂ ਹੁੰਦੀਆਂ ਸੀ। ਠੀਕ ਹੈ, ਅਤੇ ਜਿਹੜੇ ਨਵੀਂ ਜਨਰੇਸ਼ਨ ਦੇ ਲੋਕ ਸੀ ਉਹਨਾਂ ਨੂੰ ਵੀ ਉਹੀ ਜਿਹੜੀਆਂ ਚੀਜ਼ਾਂ ਸੀ ਉਹ ਜ਼ਿਆਦਾ ਪਸੰਦ ਆਉਂਦੀਆਂ ਸੀ। ਕੁਐਸਚਨ ਨੰਬਰ 4, ਪਟਸਨ ਦੀ ਵਰਤੋਂ ਬੋਰੀਆਂ ਅਤੇ ਟਾਟ ਬਣਾਉਣ ਵਿੱਚ ਹੁੰਦੀ ਹੈ। ਇਸ ਉਦਯੋਗ ਉੱਤੇ ਯੂਰਪੀਅਨ ਲੋਕਾਂ ਦਾ ਕਬਜ਼ਾ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਪਟਸਨ ਉਦਯੋਗ ਦੇ ਵਧੇਰੇ ਕਾਰਖਾਨੇ ਕਿਸ ਰਾਜ ਵਿੱਚ ਖੋਲ੍ਹੇ ਗਏ? ਠੀਕ ਹੈ, ਹਾਂਜੀ, ਹੁਣ ਇਹਦਾ ਆਨਸਰ ਕੀ ਹੈਗਾ? ਸਭ ਤੋਂ ਵੱਧ ਜਿਹੜੇ ਕਾਰਖਾਨੇ ਸੀ ਉਹ ਬੰਗਾਲ ਦੇ ਵਿੱਚ ਖੋਲ੍ਹੇ ਗਏ ਸੀ। ਪਟਸਨ ਦਾ ਉਦਯੋਗ ਬੋਰੀਆਂ ਅਤੇ ਟਾਟ ਬਣਾਉਣ ਦਾ ਕੰਮ ਕਰਦਾ ਸੀ। ਇਸ ਉਦਯੋਗ ਉੱਤੇ ਯੂਰਪੀਅਨ ਲੋਕਾਂ ਦਾ ਕਬਜ਼ਾ ਸੀ। ਇਸ ਉਦਯੋਗ ਦਾ ਪਹਿਲਾ ਕਾਰਖਾਨਾ 1854 ਈਸਵੀ ਵਿੱਚ ਸਹਾਰਨਪੁਰ ਬੰਗਾਲ ਵਿੱਚ ਖੋਲ੍ਹਿਆ ਗਿਆ। ਹਾਂਜੀ, ਇਸ ਤੋਂ ਪਹਿਲਾਂ ਆਪਾਂ ਪੜ੍ਹਿਆ ਸੀ ਸੂਤੀ ਕੱਪੜਾ ਉਦਯੋਗ ਦਾ ਪਹਿਲਾ ਕਾਰਖਾਨਾ 1853 ਦੇ ਵਿੱਚ ਮੁੰਬਈ 'ਚ ਖੋਲ੍ਹਿਆ ਗਿਆ ਸੀ।
ਤੇ ਉਸ ਤੋਂ ਬਾਅਦ 1854 ਦੇ ਵਿੱਚ ਪਟਸਨ ਦੇ ਲਈ ਜਿਹੜਾ ਕਾਰਖਾਨਾ ਸੀ ਉਹ ਬੰਗਾਲ ਦੇ ਵਿੱਚ ਸੈਰਮਪੁਰ ਵਿਖੇ ਖੋਲ੍ਹਿਆ ਗਿਆ ਸੀ। ਪਟਸਨ ਉਦਯੋਗ ਦੇ ਸਭ ਤੋਂ ਜ਼ਿਆਦਾ ਕਾਰਖਾਨੇ ਬੰਗਾਲ ਪ੍ਰਾਂਤ ਵਿੱਚ ਹੀ ਖੋਲ੍ਹੇ ਗਏ ਸੀ ਤੇ 20ਵੀਂ ਸਦੀ ਦੇ ਆਰੰਭ ਵਿੱਚ ਇਹਨਾਂ ਦੀ ਗਿਣਤੀ 36 ਹੋ ਗਈ ਸੀ। ਠੀਕ ਹੈ, ਚਲੋ ਦੇਖਦੇ ਨੈਕਸਟ ਕੁਐਸਚਨ ਨੰਬਰ 5। 18ਵੀਂ ਸਦੀ ਦੇ ਅੰਤ ਵਿੱਚ ਕਿਸ ਫਸਲ ਦੀ ਖੇਤੀ ਬਿਹਾਰ ਅਤੇ ਬੰਗਾਲ ਵਿੱਚ ਸ਼ੁਰੂ ਹੋਈ ਜਿਸ ਨਾਲ ਕਿਸਾਨਾਂ ਦੁਆਰਾ ਅੰਗਰੇਜ਼ੀ ਪ੍ਰਸ਼ਾਸਨ ਵਿਰੁੱਧ ਕੀਤਾ ਮਹਾਨ ਵਿਦਰੋਹ ਜੁੜਿਆ ਹੋਇਆ ਹੈ? 4 ਆਪਸ਼ਨਸ ਹੈਗੀਆਂ, ਕਣਕ, ਨੀਲ, ਗੰਨਾ ਜਾਂ ਚਾਹ, ਤੇ ਇਹਦੀ ਸਹੀ ਆਪਸ਼ਨ ਹੈਗੀ ਆ ਨੀਲ। ਠੀਕ ਹੈ, ਹਾਂਜੀ, ਨੀਲ ਉਦਯੋਗ। 18ਵੀਂ ਸਦੀ ਦੇ ਅੰਤ ਵਿੱਚ ਨੀਲ ਦੀ ਪੈਦਾਵਾਰ ਬਿਹਾਰ ਅਤੇ ਬੰਗਾਲ ਵਿੱਚ ਸ਼ੁਰੂ ਹੋਈ। ਯੂਰਪੀਅਨਾਂ ਨੇ ਨੀਲ ਦੇ ਵੱਡੇ ਵੱਡੇ ਬਾਗ ਲਗਾਏ ਜਿਨ੍ਹਾਂ ਵਿੱਚ ਭਾਰਤੀ ਲੋਕਾਂ ਨੂੰ ਕੰਮ ਕਰਨ ਤੇ ਲਗਾਇਆ ਗਿਆ। 1825 ਈਸਵੀ ਵਿੱਚ ਨੀਲ ਦੀ ਖੇਤੀ ਅਧੀਨ 35 ਲੱਖ ਵਿੱਗੇ ਜ਼ਮੀਨ ਸੀ। 1879 ਈਸਵੀ ਵਿੱਚ ਬਨਾਵਟੀ ਨੀਲ ਤਿਆਰ ਹੋਣ ਨਾਲ 1915 ਈਸਵੀ ਵਿੱਚ ਨੀਲ ਦੀ ਖੇਤੀ ਅਧੀਨ ਕੇਵਲ 3 ਤੋਂ 4 ਲੱਖ ਵਿੱਗੇ ਜ਼ਮੀਨ ਹੀ ਰਹਿ ਗਈ ਸੀ। ਸੋ ਪਹਿਲਾਂ ਤਾਂ ਬਹੁਤ ਵੱਡੇ ਲੈਵਲ ਤੇ ਉਹਨਾਂ ਨੇ ਬਾਗ ਲਗਾਤੇ, ਭਾਰਤੀ ਲੋਕਾਂ ਨੂੰ ਕੰਮ ਤੇ ਲਗਾ ਲਿਆ। ਠੀਕ ਹੈ, ਪਰ ਬਾਅਦ ਦੇ ਵਿੱਚ ਬਨਾਵਟੀ ਨੀਲ ਜਦੋਂ ਤਿਆਰ ਹੋਣ ਲੱਗ ਗਿਆ ਤਾਂ ਫਿਰ ਇਸ ਖੇਤੀ ਨੂੰ ਨੁਕਸਾਨ ਹੋਇਆ ਤੇ ਜਿਹੜੀ 3-4 ਲੱਖ ਵਿੱਗੇ ਜ਼ਮੀਨ ਹੀ ਰਹਿ ਗਈ ਜਿੱਥੇ ਕਿ ਨੀਲ ਦੀ ਖੇਤੀ ਕੀਤੀ ਜਾਂਦੀ ਸੀ। ਹਾਂਜੀ, ਇੱਥੇ ਇੱਕ ਵਿੱਗਾ ਸ਼ਬਦ ਲਿਖਿਆ ਹੋਇਆ, ਇਹਦਾ ਮਤਲਬ ਜ਼ਮੀਨ ਦਾ ਇੱਕ ਮਾਪ। ਠੀਕ ਹੈ, ਕੁਐਸਚਨ ਨੰਬਰ 6। ਤਨਵੀਰ ਹਰ ਰੋਜ਼ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਚਾਹ ਪੀਂਦਾ ਹੈ। ਠੀਕ ਹੈ, ਇਹ ਤਾਂ ਸਾਰੇ ਹੀ ਪੀਂਦੇ ਆ, ਹੈ ਨਾ। ਸਵੇਰੇ ਉੱਠਦੇ ਸਾਰ ਪਹਿਲਾਂ ਚਾਹ ਦਾ ਕੱਪ ਹੀ ਚਾਹੀਦਾ ਹੁੰਦਾ ਸਾਰਿਆਂ ਨੂੰ। ਉਸਦੇ ਦਾਦਾ ਜੀ ਨੇ ਉਸਨੂੰ ਦੱਸਿਆ ਕਿ ਚਾਹ ਦਾ ਪਹਿਲਾ ਬਾਗ ਅੰਗਰੇਜ਼ਾਂ ਦੁਆਰਾ ਲਗਾਇਆ ਗਿਆ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਪਹਿਲਾ ਚਾਹ ਦਾ ਬਾਗ ਕਿਸ ਸੰਨ ਵਿੱਚ ਲਗਾਇਆ ਗਿਆ ਸੀ? ਹਾਂਜੀ, ਹੁਣ ਆਪਾਂ ਦੇਖ ਲੈਂਦੇ ਕਦੋਂ ਤੋਂ ਲੋਕ ਚਾਹ ਪੀਂਦੇ ਆ ਰਹੇ ਹਨ। ਇਹਦੀ ਆਪਸ਼ਨ ਜਿਹੜੀ ਸਹੀ ਹੈਗੀ ਆ ਉਹ ਹੈ ਆਪਸ਼ਨ ਨੰਬਰ 4, 1852 ਈਸਵੀ। ਠੀਕ ਹੈ, ਉਦੋਂ ਅੰਗਰੇਜ਼ਾਂ ਨੇ ਪਹਿਲਾਂ ਚਾਹ ਦਾ ਬਾਗ ਲਗਾਇਆ ਸੀ। ਹਾਂਜੀ, 1834 ਈਸਵੀ ਵਿੱਚ ਅਸਾਮ ਵਿੱਚ ਟੀ ਕੰਪਨੀ ਦੀ ਸਥਾਪਨਾ ਹੋਈ। 1852 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਅਸਾਮ ਵਿੱਚ ਚਾਹ ਦਾ ਬਾਗ ਲਗਾਇਆ। 1920 ਈਸਵੀ ਤੱਕ ਚਾਹ ਦੀ ਖੇਤੀ ਲਗਭਗ 7 ਲੱਖ ਏਕੜ ਜ਼ਮੀਨ ਵਿੱਚ ਹੋਣ ਲੱਗੀ। ਉਸ ਸਮੇਂ 34 ਕਰੋੜ ਪਾਉਂਡ ਮੁੱਲ ਦੀ ਚਾਹ ਭਾਰਤ ਵਿੱਚੋਂ ਬਾਹਰਲੇ ਦੇਸ਼ਾਂ ਵਿੱਚ ਭੇਜੀ ਜਾਂਦੀ ਸੀ ਤੇ ਬਾਅਦ ਵਿੱਚ ਕਾਂਗੜਾ ਤੇ ਨੀਲਗਿਰੀ ਦੀਆਂ ਪਹਾੜੀਆਂ ਵਿੱਚ ਵੀ ਚਾਹ ਦੇ ਬਾਗ ਲਗਾਏ ਗਏ। ਠੀਕ ਹੈ, ਕਿਉਂਕਿ ਅਸਾਮ ਦੇ ਵਿੱਚ ਸਭ ਤੋਂ ਵੱਧ ਚਾਹ ਪੈਦਾ ਹੁੰਦੀ ਸੀ, ਅੱਜ ਵੀ ਆਪਾਂ ਦੇਖਦੇ ਹਾਂ, ਹੈ ਨਾ, ਤੇ ਇਸ ਲਈ ਉੱਥੇ ਹੀ ਸਭ ਤੋਂ ਪਹਿਲਾਂ ਚਾਹ ਦਾ ਬਾਗ ਲਗਾਇਆ ਗਿਆ ਸੀ। ਹਾਂਜੀ, ਕੁਐਸਚਨ ਨੰਬਰ 7। ਕਿਸ ਦੇਸ਼ ਦੀ ਕੌਫੀ ਨਾਲ ਮੁਕਾਬਲਾ ਹੋਣ ਕਾਰਨ ਭਾਰਤ ਦੀ ਕੌਫੀ ਦੀ ਮੰਗ ਅੰਤਰਰਾਸ਼ਟਰੀ ਪੱਧਰ ਤੇ ਘਟ ਗਈ? ਹਾਂਜੀ, ਜਾਪਾਨ, ਸ਼੍ਰੀਲੰਕਾ, ਚੀਨ ਜਾਂ ਬ੍ਰਾਜ਼ੀਲ? ਇਹਦਾ ਸਹੀ ਆਪਸ਼ਨ ਹੈਗਾ ਬ੍ਰਾਜ਼ੀਲ, ਕਿਉਂਕਿ ਬ੍ਰਾਜ਼ੀਲ ਦੀ ਜਿਹੜੀ ਕੌਫੀ ਸੀ ਉਹਦੀ ਕੁਆਲਿਟੀ ਬਹੁਤ ਵਧੀਆ ਸੀ ਤੇ ਇਸ ਕਰਕੇ ਉਹਦੀ ਮੰਗ ਅੰਤਰਰਾਸ਼ਟਰੀ ਲੈਵਲ ਤੇ ਵੱਧ ਗਈ ਸੀ ਤੇ ਭਾਰਤ ਦੀ ਕੌਫੀ ਦੀ ਮੰਗ ਘਟ ਗਈ ਸੀ। ਹਾਂਜੀ, 1840 ਈਸਵੀ ਵਿੱਚ ਕੌਫੀ ਦਾ ਪਹਿਲਾ ਬਾਗ ਦੱਖਣੀ ਭਾਰਤ ਦੇ ਵਿੱਚ ਲਗਾਇਆ ਗਿਆ ਸੀ। ਬਾਅਦ ਵਿੱਚ ਕੌਫੀ ਦੇ ਬਾਗ ਮੈਸੂਰ, ਕੁਰਕ, ਨੀਲਗਿਰੀ ਤੇ ਮਾਲਾਬਾਰ ਖੇਤਰਾਂ ਵਿੱਚ ਲਗਾਏ ਗਏ। ਬ੍ਰਾਜ਼ੀਲ ਦੀ ਕੌਫੀ ਨਾਲ ਇਸ ਦਾ ਮੁਕਾਬਲਾ ਹੋਣ ਕਰਕੇ ਇਸ ਉਦਯੋਗ ਨੂੰ ਬਹੁਤ ਨੁਕਸਾਨ ਹੋਇਆ। ਠੀਕ ਹੈ, ਕੁਐਸਚਨ ਨੰਬਰ 8। ਆਧੁਨਿਕ ਉਦਯੋਗਿਕ ਵਿਕਾਸ ਦਾ ਭਾਰਤ 'ਤੇ ਡੂੰਘਾ ਪ੍ਰਭਾਵ ਪਿਆ, ਇਸ ਦੇ ਨਤੀਜੇ ਵਜੋਂ? ਹਾਂਜੀ, ਹੁਣ ਜਿਹੜਾ ਉਦਯੋਗਿਕ ਵਿਕਾਸ ਹੋਇਆ ਸੀ, ਆਧੁਨਿਕ ਉਦਯੋਗਿਕ ਵਿਕਾਸ, ਉਹਦੇ ਨਾਲ ਕੀ ਕੀ ਪ੍ਰਭਾਵ ਪਏ? ਪਹਿਲਾ, ਸਮਾਜ ਵਿੱਚ ਪੂੰਜੀਪਤੀ ਤੇ ਮਜ਼ਦੂਰ ਵਰਗ ਪੈਦਾ ਹੋ ਗਏ। ਦੂਸਰਾ, ਭਾਰਤ ਵਿੱਚ ਪਹਿਲਾ ਉਦਯੋਗਿਕ ਐਕਟ ਪਾਸ ਕੀਤਾ ਗਿਆ। ਨੰਬਰ 3 ਤੇ ਸੀ ਨਵੇਂ ਸ਼ਹਿਰਾਂ ਦਾ ਨਿਰਮਾਣ ਹੋਇਆ, ਜਾਂ ਫਿਰ ਸਾਰੇ? ਉਪਰੋਕਤ ਸਾਰੇ। ਸੋ ਇਹ ਸਾਰੇ ਹੀ ਰੀਜ਼ਨ ਸੀਗੇ ਜਿਨ੍ਹਾਂ ਨੇ ਭਾਰਤ ਦੇ ਉੱਪਰ ਡੂੰਘਾ ਪ੍ਰਭਾਵ ਪਾਇਆ। ਪਹਿਲੇ ਨੰਬਰ 'ਤੇ ਜਿਹੜੀ ਆਪਸ਼ਨ ਹੈ ਇਹ ਵੀ ਸਹੀ, ਦੂਸਰਾ ਵੀ ਠੀਕ ਹੈ, ਤੀਸਰਾ ਵੀ ਠੀਕ ਹੈ ਤੇ ਇਹਦਾ ਆਨਸਰ ਹੈਗਾ ਉਪਰੋਕਤ ਸਾਰੇ। ਹਾਂਜੀ, ਭਾਰਤ ਦੇ ਵਿੱਚ ਉਦਯੋਗਿਕ ਵਿਕਾਸ ਨੇ ਆਰਥਿਕ ਅਤੇ ਸਮਾਜਿਕ ਜੀਵਨ ਉੱਤੇ ਮਹੱਤਵਪੂਰਨ ਪ੍ਰਭਾਵ ਪਾਏ। ਇਸ ਦੇ ਸਿੱਟੇ ਵਜੋਂ ਸਮਾਜ ਵਿੱਚ ਪੂੰਜੀਪਤੀ ਤੇ ਮਜ਼ਦੂਰ 2 ਸ਼੍ਰੇਣੀਆਂ ਦਾ ਜਨਮ ਹੋਇਆ। ਪੂੰਜੀਪਤੀ ਮਜ਼ਦੂਰਾਂ ਦਾ ਵੱਧ ਤੋਂ ਵੱਧ ਸ਼ੋਸ਼ਣ ਕਰਨ ਲੱਗੇ ਤੇ ਉਹਨਾਂ ਪਾਸੋਂ ਵੱਧ ਤੋਂ ਵੱਧ ਕੰਮ ਕਰਾ ਕੇ ਘੱਟ ਤੋਂ ਘੱਟ ਪੈਸੇ ਦਿੰਦੇ ਸੀ। ਇਸ ਲਈ ਸਰਕਾਰ ਨੇ ਮਜ਼ਦੂਰਾਂ ਦੀ ਹਾਲਤ ਸੁਧਾਰਨ ਲਈ ਫੈਕਟਰੀ ਐਕਟ ਪਾਸ ਕੀਤਾ। ਉਦਯੋਗਿਕ ਵਿਕਾਸ ਹੋਣ ਕਰਕੇ ਕਈ ਨਵੇਂ ਸ਼ਹਿਰਾਂ ਦਾ ਨਿਰਮਾਣ ਹੋਇਆ। ਸ਼ਹਿਰ ਆਧੁਨਿਕ ਜੀਵਨ ਅਤੇ ਸੱਭਿਆਚਾਰ ਦੇ ਕੇਂਦਰ ਬਣ ਗਏ। ਠੀਕ ਹੈ, ਸੋ ਇਹ ਸੀ ਉਦਯੋਗਿਕ ਵਿਕਾਸ ਦੀ ਮਹੱਤਤਾ ਜਾਂ ਪ੍ਰਭਾਵ। ਠੀਕ ਹੈ, ਕੁਐਸਚਨ ਨੰਬਰ 9। ਭਾਰਤ ਵਿੱਚ ਜੁਲਾਹਿਆਂ ਨੇ ਕੱਪੜਾ ਬਣਾਉਣ ਲਈ ਸਭ ਤੋਂ ਪਹਿਲਾਂ ਕਿਸ ਦੇ ਰੇਸ਼ੇ ਦੀ ਵਰਤੋਂ ਕੀਤੀ? ਠੀਕ ਹੈ, ਨੰਬਰ 1 ਤੇ ਦਿੱਤੀ ਹੋਈ ਆਪਸ਼ਨ ਘਾਹ, ਫਿਰ ਕਪਾਹ, ਰੇਸ਼ਮ ਜਾਂ ਪਟਸਨ। ਸੋ ਸਭ ਤੋਂ ਪਹਿਲਾਂ ਭਾਰਤੀ ਜੁਲਾਹੇ ਜਿਹੜੇ ਸੀ ਉਹਨਾਂ ਨੇ ਕੱਪੜਾ ਬਣਾਉਣ ਦੇ ਲਈ ਘਾਹ ਦੇ ਰੇਸ਼ੇ ਦੀ ਵਰਤੋਂ ਕੀਤੀ ਸੀ। ਠੀਕ ਹੈ, ਉਸ ਤੋਂ ਕੱਪੜਾ ਤਿਆਰ ਕੀਤਾ ਸੀ ਉਹਨਾਂ ਨੇ।
हाँ जी, ये मन्निया गया है कि भारत विच जुलाहियां ने कपड़ा तैयार करन लई ਪਹਿਲਾਂ ਘਾਹ ਦੇ ਰੇਸ਼ਿਆਂ ਦੀ ਵਰਤੋਂ ਕੀਤੀ ਸੀ, ਬਾਅਦ ਦੇ ਵਿੱਚ ਉਹਨਾਂ ਨੇ ਇਸ ਉੱਤੇ ਨਮੂਨੇ ਬਣਾਉਣੇ ਅਤੇ ਖੱਡੀ ਤੇ ਧਾਗਿਆਂ ਦੀ ਵਰਤੋਂ ਕਰਨ ਸੰਬੰਧੀ ਜਾਣਕਾਰੀ ਵੀ ਪ੍ਰਾਪਤ ਕੀਤੀ ਸੀ। ਕਲੀਅਰ ਹੋ ਗਿਆ ਹੁਣ? ਹਾਂਜੀ, ਕੁਐਸਚਨ ਨੰਬਰ 10, ਭਾਰਤ ਦੇ ਕਿਸ ਸਥਾਨ ਤੋਂ ਇਹ ਪ੍ਰਮਾਣ ਮਿਲੇ ਹਨ ਕਿ ਸਿੰਧੂ ਘਾਟੀ ਦੇ ਲੋਕਾਂ ਨੂੰ ਕੱਪੜਾ ਬੁਣਨ ਦੀ ਜਾਣਕਾਰੀ ਸੀ? ਹਾਂਜੀ, 4 ਆਪਸ਼ਨ ਦਿੱਤੀਆਂ ਹੋਈਆਂ, ਹੜੱਪਾ ਤੇ ਮੋਹਿੰਜੋਦੜੋ, ਹੜੱਪਾ ਤੇ ਪੰਜਾਬ, ਲੋਥਲ ਤੇ ਕਾਲੀਬੰਗਾ, ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਹਨਾਂ ਵਿੱਚੋਂ ਜਿਹੜੀ ਸਹੀ ਆਪਸ਼ਨ ਹੈ ਉਹ ਹੈਗੀ ਆ ਹੜੱਪਾ ਅਤੇ ਮੋਹਿੰਜੋਦੜੋ, ਕਿਉਂਕਿ ਇਸੇ ਸਥਾਨ ਤੋਂ ਹੀ ਪ੍ਰਮਾਣ ਮਿਲੇ ਆ ਜਿੱਥੋਂ ਦੇਖ ਕੇ ਪਤਾ ਲੱਗਦਾ ਕਿ ਸਿੰਧੂ ਘਾਟੀ ਦੇ ਲੋਕਾਂ ਨੂੰ ਕੱਪੜਾ ਬਣਾਉਣ ਦੀ ਜਾਣਕਾਰੀ ਸੀ। ਹਾਂਜੀ, ਸਮਾਂ ਬੀਤਣ ਦੇ ਨਾਲ ਰੇਸ਼ੇ ਤੇ ਨਮੂਨਿਆਂ ਵਿੱਚ ਹੋਰ ਜ਼ਿਆਦਾ ਸੁਧਾਰ ਹੋਇਆ। ਪ੍ਰਾਚੀਨ ਕਾਲ ਤੋਂ ਹੀ ਜੁਲਾਹਿਆਂ ਨੇ ਭਾਰਤ ਵਿੱਚ ਸਨਮਾਨਯੋਗ ਸਥਾਨ ਪ੍ਰਾਪਤ ਕਰ ਲਿਆ ਸੀ। ਪੁਰਾਣੀਆਂ ਵਸਤਾਂ ਦਾ ਅਧਿਐਨ ਕਰਨ ਵਾਲੇ ਵਿਗਿਆਨੀਆਂ ਨੂੰ ਮੋਹਿੰਜੋਦੜੋ ਅਤੇ ਹੜੱਪਾ ਸਥਾਨਾਂ ਦੀਆਂ ਖੁਦਾਈਆਂ ਤੋਂ ਅਟਾਰਨੇ ਤੇ ਰੰਗਦਾਰ ਸੂਤੀ ਕੱਪੜੇ ਦੇ ਅਵਸ਼ੇਸ਼ ਮਿਲੇ ਹਨ। ਇਸ ਤੋਂ ਇਲਾਵਾ ਕਸ਼ਮੀਰ ਵਿੱਚ ਵੀ ਕਈ ਸਥਾਨਾਂ ਤੇ ਖੁਦਾਈ ਕਰਨ ਤੇ ਚਰਖੇ, ਦਰੀਆਂ ਆਦਿ ਪ੍ਰਾਪਤ ਹੋਏ ਹਨ। ਇਹਨਾਂ ਤੋਂ ਸੰਕੇਤ ਮਿਲਦਾ ਹੈ ਕਿ ਲਗਭਗ 4000 ਸਾਲ ਪਹਿਲਾਂ ਲੋਕ ਕੱਪੜਾ ਬੁਣਨਾ ਵੀ ਜਾਣਦੇ ਸਨ। ਠੀਕ ਹੈ, ਸਿੰਧੂ ਘਾਟੀ ਦੀ ਸੱਭਿਅਤਾ ਬਹੁਤ ਹੀ ਵਿਕਸਿਤ ਸੱਭਿਅਤਾ ਸੀ, ਆਪਾਂ ਪੜ੍ਹਿਆ ਆਲਰੇਡੀ। ਠੀਕ ਹੈ, ਬਹੁਤ ਡਿਵੈਲਪ ਸੱਭਿਅਤਾ ਸੀਗੀ। ਹਾਂਜੀ, ਕੁਐਸਚਨ ਨੰਬਰ 11, 20ਵੀਂ ਸਦੀ ਵਿੱਚ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਭਾਰਤ ਵਿੱਚ ਹੱਥ ਨਾਲ ਬੁਣੇ ਡੈਸ਼ ਕੱਪੜੇ ਤਿਆਰ ਕੀਤੇ ਜਾਣ ਲੱਗੇ। ਸੂਤੀ, ਪਟਸਨ, ਸੂਤੀ ਅਤੇ ਰੇਸ਼ਮੀ, ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸੋ ਇਹਦਾ ਆਨਸਰ ਹੈਗਾ ਸੂਤੀ ਅਤੇ ਰੇਸ਼ਮੀ। ਲਾਸਟ ਕੁਐਸਚਨ 12, ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ? ਨੰਬਰ 1 ਤੇ ਦੱਸਿਆ ਹੋਇਆ ਨਾ, ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਉਣ ਕਾਰਨ ਭਾਰਤ ਵਿੱਚ ਕੱਪੜਾ ਵਪਾਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ। ਯੂਰਪੀਅਨ ਵਪਾਰੀ ਕੱਪੜੇ ਅਤੇ ਮਸਾਲਿਆਂ ਦੇ ਵਪਾਰ ਕਰਨ ਲਈ ਹੀ ਭਾਰਤ ਵਿੱਚ ਆਏ ਸਨ। ਹਾਂਜੀ, ਹੁਣ ਇਹਦਾ ਆਨਸਰ ਹੈਗਾ ਆਪਸ਼ਨ 1, ਊੜਾ ਅਤੇ ਅੜਾ ਸਹੀ ਹਨ। ਠੀਕ ਹੈ, ਕਿਉਂਕਿ ਜਦੋਂ ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਹੋਈ ਤਾਂ ਉਸ ਤੋਂ ਬਾਅਦ ਭਾਰਤ ਦੇ ਵਿੱਚ ਕੱਪੜਾ ਵਪਾਰ ਜਿਹੜਾ ਸੀ ਉਹਦਾ ਪਤਨ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਇੰਗਲੈਂਡ ਦੀਆਂ ਕੰਪਨੀਜ਼ ਜਿਹੜੀਆਂ ਇੰਗਲੈਂਡ ਦੀਆਂ ਫੈਕਟਰੀਜ਼ ਸੀ ਉਹਨਾਂ ਦੇ ਵਿੱਚ ਬਣਿਆ ਕੱਪੜਾ ਵੱਧ ਵਿਕਣ ਲੱਗ ਗਿਆ ਸੀ। ਯੂਰਪੀਅਨ ਵਪਾਰੀ ਕੱਪੜੇ ਅਤੇ ਮਸਾਲਿਆਂ ਦੇ ਵਪਾਰ ਲਈ ਹੀ ਭਾਰਤ ਵਿੱਚ ਆਏ ਸਨ। ਹਾਂਜੀ, ਹੁਣ ਭਾਰਤੀ ਕੱਪੜਾ ਜਿਹੜਾ ਸੀ ਉਹ ਸੰਸਾਰ ਭਰ ਦੇ ਵਿੱਚ ਪ੍ਰਸਿੱਧ ਸੀ। ਯੂਰਪੀਅਨ ਵਪਾਰੀ ਕੱਪੜੇ ਤੇ ਮਸਾਲਿਆਂ ਦੇ ਵਪਾਰ ਕਰਨ ਲਈ ਹੀ ਭਾਰਤ ਵਿੱਚ ਆਏ ਸੀ। ਉਦਯੋਗਿਕ ਕ੍ਰਾਂਤੀ ਦੇ ਆਉਣ ਨਾਲ ਭਾਰਤ ਦੇ ਵਿੱਚ ਵੱਡੇ ਕੱਪੜਾ ਉਦਯੋਗ ਲਗਾਏ ਗਏ ਸਨ। ਇਹਨਾਂ ਉਦਯੋਗਾਂ ਵਿੱਚ ਸਧਾਰਨ ਖੱਡੀਆਂ ਨਾਲ ਵੱਧ ਕੱਪੜੇ ਦਾ ਉਤਪਾਦਨ ਕੀਤਾ ਜਾਂਦਾ ਸੀ। ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਆਉਣ ਕਾਰਨ ਭਾਰਤ ਵਿੱਚ ਕੱਪੜਾ ਵਪਾਰ ਦਾ ਪਤਨ ਹੋਣਾ ਸ਼ੁਰੂ ਹੋ ਗਿਆ। ਠੀਕ ਹੈ, ਫਿਰ ਵੀ 20ਵੀਂ ਸਦੀ ਵਿੱਚ ਮਹਾਤਮਾ ਗਾਂਧੀ ਜੀ ਦੀ ਅਗਵਾਈ ਹੇਠ ਭਾਰਤ ਵਿੱਚ ਹੱਥ ਨਾਲ ਬਣੇ ਸੂਤੀ ਤੇ ਰੇਸ਼ਮੀ ਕੱਪੜੇ ਤਿਆਰ ਕੀਤੇ ਜਾਣ ਲੱਗੇ, ਜਿਸ ਨਾਲ ਭਾਰਤੀ ਕੱਪੜਾ ਉਦਯੋਗ ਮੁੜ ਹੋਂਦ ਦੇ ਵਿੱਚ ਆਇਆ। ਕਲੀਅਰ? ਹਾਂਜੀ ਬੇਟਾ, ਇਹ ਸੀ ਆਪਣਾ ਲਾਸਟ ਕੁਐਸਚਨ ਲੈਸਨ ਨੰਬਰ 14 ਦਾ। ਠੀਕ ਹੈ, MCQ ਤੇ ਸਾਰੇ ਲੈਸਨਸ ਦੇ MCQs ਤੁਸੀਂ ਧਿਆਨ ਦੇ ਨਾਲ ਕਰ ਲਓ ਤੇ ਨੈਕਸਟ ਵੀਡੀਓ ਲੈਸਨ 'ਚ ਆਪਾਂ ਨੈਕਸਟ ਚੈਪਟਰ ਕਰਾਂਗੇ। ਓਕੇ, ਟਿਲ ਦੈਨ ਬਾਏ ਬਾਏ, ਹੈਵ ਅ ਨਾਈਸ ਡੇ।